ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪਹਿਲੇ ਦੇ 5ਵੇਂ ਸ਼ਬਦ ਦੀ ਵਾਰੀ ਹੈ ਜੀ। ਦੂਜੀ ਮਾਇਆ ਜਗਤ ਚਿਤਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ। ਦੂਜੀ ਮਾਇਆ ਜਗਤ ਚਿਤਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ। ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੇਂ ਏਕ ਨਿਰੰਜਨ ਸੋਈ। ਰਹਾਓ। ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੇਂ ਏਕ ਨਿਰੰਜਨ ਸੋਈ। ਰਹਾਓ। ਦੂਜੀ ਦੁਰਮਤ ਆਖੇ ਦੋਈ, ਆਵੇ ਜਾਏ ਮਰ ਦੂਜਾ ਹੋਈ। ਤਰਨ ਗਗਨ ਨੇ ਦੇਖਿਓ ਦੋਈ, ਨਾਰੀ ਪੁਰਖ ਸਬਾਈ ਲੋਈ। ਰੱਬ ਸੱਸ ਦੇਖਿਓ ਦੀਪਕ ਉਜਿਆਲਾ, ਸਰਮ ਨਿਰੰਤਰ ਪ੍ਰੀਤਮ ਬਾਲਾ। ਕਰ ਕਿਰਪਾ ਮੇਰਾ ਚਿਤ ਲਾਇਆ, ਸਤਿਗੁਰ ਮੋਹ ਕੋ ਏਕ ਬਜਾਇਆ। ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ। ਏਕੋ ਹੁਕਮ ਵਰਤੇ ਸਭ ਲੋਈ, ਏਕਸ ਤੇ ਸਭ ਉਪਤ ਹੋਈ। ਰਾਹ ਦੋਵੇ ਖਸਮ ਏਕੋ ਜਾਣ, ਗੁਰ ਕੇ ਸ਼ਬਦ ਹੁਕਮ ਪਛਾਣ। ਸਗਲ ਰੂਪ ਵਰਨ ਮੇਂ ਮਾਹੀ, ਕਉ ਨਾਨਕ ਏਕੋ ਸਲਾਹੀ। ਸਗਲ ਰੂਪ ਵਰਨ ਮੇਂ ਮਾਹੀ, ਕਉ ਨਾਨਕ ਏਕੋ ਸਲਾਹੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਦੂਜੀ ਮਾਇਆ ਜਗਤ ਵਿੱਚ ਵਾਸ, ਭਾਵ ਦਵੈਤ ਰੂਪ ਮਾਇਆਵੀ ਵਿਕਾਰਾਂ ਵਾਲੀ ਪੈਦਾ ਕਰਨ ਵਾਲੀ ਮਾਇਆ ਵਿੱਚ ਸਾਰੇ ਜਗਤ ਦਾ ਚਿੱਤ ਦਾ ਵਾਸਾ ਹੈ ਜੀ। ਭਾਵ ਸਾਰਿਆਂ ਦੇ ਅੰਦਰ ਉਸ ਮਾਇਆਵੀ ਵਿਕਾਰਾਂ ਦਾ ਵਾਸਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਿਨਾਸ, ਭਾਵ ਇਹ ਵਿਕਾਰਾਂ ਦਾ ਪ੍ਰਭਾਵ ਇਸ ਜਗਤ ਨੂੰ ਨਾਸ਼ ਕਰ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਤੋਂ ਬਿਨਾਂ ਦੂਜਾ ਕੌਣ ਕਹਾਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਦੂਜਾ ਕਿਸ ਨੂੰ ਆਖਾਂ, ਕਿੱਥੇ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਗੁਰੂ ਗਿਆਨ ਰੂਪ ਨੇਤਰਾਂ ਨਾਲ ਵੇਖੀਏ ਜੀ, ਭਾਵ ਗੁਰੂ ਦੇ ਗਿਆਨ ਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅੰਦਰ ਵਸਾ ਕੇ ਉਸ ਨਜ਼ਰ ਨਾਲ ਵੇਖੀਏ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਦੂਜਾ ਹੋਰ ਕੋਈ ਨਹੀਂ ਹੋ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਰਿਆਂ ਵਿੱਚ ਉਹ ਮਾਇਆ ਤੋਂ ਰਹਿਤ ਇੱਕ ਕਰਤਾ ਪੁਰਖ ਵੀ ਨਾਲ ਹੀ ਵਿਆਪਕ ਹੈ ਜੀ। ਭਾਵ ਇਹ ਮਾਇਆਵੀ ਵਿਕਾਰਾਂ ਦੇ ਨਾਲ ਹੀ ਪਰਮੇਸ਼ਰ ਤੁਹਾਡੇ ਅੰਦਰ ਹੈ ਜੀ, ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਦੂਜੀ ਖੋਟੀ ਮੱਤ ਹੈ ਜੋ ਕਿ ਦਵੈਤ ਵਾਲੀਆਂ ਗੱਲਾਂ ਆਖੇ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਨਾਲ ਮੋਹ ਮਾਇਆਵੀ ਵਿਕਾਰਾਂ ਦੇ ਫਲ ਸਰੂਪ ਹੀ ਜੀਵ ਜੰਮਦੇ ਮਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮਰ ਕੇ ਫਿਰ ਦੂਜਾ ਜਨਮ ਹੁੰਦਾ ਹੈ ਜੀ। ਭਾਵ ਆਵਾਗਮਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਧਰਤੀ ਅਤੇ ਅਸਮਾਨ, ਭਾਵ ਇਸ ਸਾਰੀ ਸ੍ਰਿਸ਼ਟੀ ਵਿੱਚ ਜਿਤਨੇ ਵਸਣ ਵਾਲੇ ਪੁਰਸ਼ ਇਸਤਰੀਆਂ ਹਨ ਜੀ ਅਤੇ ਹੋਰ ਜੀਵ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਵਿੱਚ ਮੈਂ ਇੱਕ ਪਰਮੇਸ਼ਰ ਤੋਂ ਬਿਨਾਂ ਕਿਸੇ ਦੂਜੇ ਨੂੰ ਨਹੀਂ ਵੇਖਦਾ ਜੀ। ਭਾਵ ਮੈਂ ਪਰਮੇਸ਼ਰ ਨੂੰ ਹਰ ਇੱਕ ਦੇ ਅੰਦਰ ਵਸਦਾ ਵੇਖਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਸਤਿਗੁਰ ਨੇ ਆਪਣੀ ਕਿਰਪਾ ਕਰਕੇ ਮੈਨੂੰ ਇੱਕੋ ਇੱਕ ਇਹ ਬੁਝਾਇਆ, ਭਾਵ ਸਮਝਾ ਦਿੱਤਾ ਹੈ ਜੀ, ਪੱਕਾ ਦ੍ਰਿੜ ਕਰਵਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ
ਮੇਰਾ ਚਿੱਤ ਭਾਵ ਹਿਰਦਾ ਅਕਾਲ ਪੁਰਖ ਕਰਤਾ ਪੁਰਖ ਜੀ ਦੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਚਰਨਾਂ ਨਾਲ ਜੋੜ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਗਿਆਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮੈਂ ਮਾਇਆ ਤੋਂ ਰਹਿਤ ਭਾਵ ਵਿਕਾਰਾਂ ਤੋਂ ਰਹਿਤ ਵਾਹਿਗੁਰੂ ਨੂੰ ਜਾਣ ਲਿਆ ਹੈ ਜੀ, ਪਛਾਣ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੁਣ ਦੂਜਾ ਭਾਵ ਮਾਰ ਕੇ ਕਾਬੂ ਵਿੱਚ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਹ ਇੱਕ ਕਰਤਾ ਪੁਰਖ ਇੱਕ ਓਂਕਾਰ ਪਰਮੇਸ਼ਰ ਨੂੰ ਪਛਾਣ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਹ ਵਿਸ਼ਵਾਸ ਹੋ ਗਿਆ ਹੈ ਜੀ ਕਿ ਸਾਰੀ ਸ੍ਰਿਸ਼ਟੀ ਵਿੱਚ ਇੱਕ ਪਰਮੇਸ਼ਰ ਦਾ ਹੀ ਹੁਕਮ ਚੱਲ ਰਿਹਾ ਹੈ ਜੀ, ਵਰਤ ਰਿਹਾ ਹੈ ਜੀ, ਉਸ ਦਾ ਭਾਣਾ ਹੀ ਵਰਤ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇੱਕ ਪਰਮੇਸ਼ਰ ਤੋਂ ਹੀ ਸਾਰੀ ਸ੍ਰਿਸ਼ਟੀ ਉਤਪੀ ਹੈ ਜੀ, ਉਸ ਪਰਮੇਸ਼ਰ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਇਸ ਸੰਸਾਰ ਵਿੱਚ ਸਾਡੇ ਵਾਸਤੇ ਦੋ ਰਸਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਮਾਇਆਵੀ ਵਿਕਾਰਾਂ ਵਿੱਚ ਫਸਣ ਦਾ ਤੇ ਦੂਜਾ ਮਾਇਆ ਤੋਂ ਨਿਰਲੇਪਤਾ ਦਾ। ਫਿਰ ਗੁਰੂ ਜੀ ਕਹਿੰਦੇ ਹਨ ਪਰ ਇਹਨਾਂ ਵਿੱਚ ਇਹਨਾਂ ਸਭਨਾਂ ਵਿੱਚ ਇੱਕ ਪਰਮੇਸ਼ਰ ਨੂੰ ਹੀ ਸਮਝੋ ਜੀ, ਭਾਵ ਉਹ ਇਹਨਾਂ ਵਿੱਚ ਵੀ ਸਭਨਾਂ ਵਿੱਚ ਪਰਮੇਸ਼ਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਹੁਕਮ ਨੂੰ ਪਛਾਣੋ ਜੀ, ਉਸ ਨਾਲ ਹੀ ਇਹ ਸੋਝੀ ਹੋ ਸਕਦੀ ਹੈ ਜੀ ਔਰ ਪਰਮੇਸ਼ਰ ਨਾਲ ਜਾਣ ਪਛਾਣ ਹੋ ਸਕਦੀ ਹੈ, ਭਾਵ ਉਸ ਨੂੰ ਜਾਣੀਏ ਜੀ, ਉਸ ਨਾਲ ਚਿੱਤ ਜੋੜੀਏ ਜੀ, ਉਹਨੂੰ ਆਪਣੇ ਅੰਦਰ ਵਸਾਈਏ ਜੀ। ਫਿਰ ਗੁਰੂ ਜੀ ਕਹਿੰਦੇ ਆ ਸਾਰੇ ਰੂਪ ਰੰਗ ਮਨ ਦੇ ਅੰਦਰ ਹੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਗੁਰਮੁਖੋ ਉਸ ਇੱਕ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਰਬ ਰੰਗਾਂ ਵਾਲੇ ਪਰਮੇਸ਼ਰ ਨੂੰ ਹੀ ਸਲਾਉਣਾ ਚਾਹੀਦਾ ਹੈ ਜੀ, ਭਾਵ ਗੁਰੂ ਦੀ ਸਿੱਖ ਤੇ ਚੱਲਣਾ ਚਾਹੀਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਾਰੀ ਸ੍ਰਿਸ਼ਟੀ ਉਸ ਇੱਕੋ ਕਰਤਾ ਪੁਰਖ ਨੇ ਸਿਰਜਣਹਾਰ ਨੇ ਪੈਦਾ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਧਰਤੀ ਅਤੇ ਆਕਾਸ਼, ਚੰਨ ਅਤੇ ਸੂਰਜ, ਇਹ ਸਾਰੀ ਸ੍ਰਿਸ਼ਟੀ ਦੀ ਲੁਕਾਈ ਨਾਰੀ ਅਤੇ ਪੁਰਖ ਸਾਡੇ ਮਨ ਨੇ ਦੋ ਕਰਕੇ ਮੰਨੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਸਾਡੇ ਗੁਰੂਆਂ ਨੇ ਇਹ ਸਾਨੂੰ ਗੁਰਬਾਣੀ ਦੁਆਰਾ ਸਮਝਾ ਦਿੱਤਾ ਹੈ ਜੀ। ਜਿਸ ਤਰ੍ਹਾਂ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ ਏਕੋ ਹੈ ਭਾਈ ਏਕੋ ਹੈ, ਭਾਵ ਇਹ ਪਰਮੇਸ਼ਰ ਦੀ ਖੇਡ ਹੈ ਜੀ। ਫਿਰ ਗੁਰੂ ਜੀ ਕਹਿੰਦੇ ਦੋਵਾਂ ਰਸਤਿਆਂ ਤੋਂ ਬਿਨਾਂ ਇਹ ਖੇਡ ਨਹੀਂ ਹੋ ਸਕਦੀ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਇਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਜੋ ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੇਂ ਏਕ ਨਿਰੰਜਨ ਸੋਈ, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੇਂ ਏਕ ਨਿਰੰਜਨ ਸੋਈ, ਜੋ ਕੇਂਦਰੀ ਭਾਵ ਹੈ ਉਹ ਇਹ ਸਾਨੂੰ ਸਮਝਾਉਂਦੀ ਹੈ ਜੀ ਅਤੇ ਇਹ ਸੋਝੀ ਕਰਾਉਂਦੀ ਹੈ ਜੀ ਕਿ ਇਸ ਜਗਤ ਸੰਸਾਰ ਵਿੱਚ ਇੱਕੋ ਇੱਕ ਹੀ
ਮਾਇਆ ਰਹਿਤ ਹਸਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਦੂਜਾ ਕੋਈ ਨਹੀਂ ਜਿਸ ਦਾ ਜ਼ਿਕਰ ਕੀਤਾ ਜਾ ਸਕੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਦੂਜੀ ਵਸਤੂ ਦਿਸਦੀ ਹੈ ਜੀ, ਭਾਵ ਜੋ ਦਵੈਤ ਭਾਵ ਦਿਸਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਉਹ ਖੋਟੀ ਮੱਤ ਕਰਕੇ ਦਿਸਦੀ ਹੈ ਜੀ। ਸੋ ਇਸ ਸ਼ਬਦ ਦਾ ਸਿਧਾਂਤ ਇਹ ਹੈ ਜੀ ਕਿ ਪਰਮੇਸ਼ਰ ਦੀ ਸਿਫਤ ਸਲਾਹ ਵਾਲੇ ਮਾਰਗ ਤੇ ਟੁਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਸਾਖਤਾਂ ਭਾਵ ਮਾਇਆਵੀ ਵਿਕਾਰਾਂ ਵਾਲਾ ਰਸਤਾ ਛੱਡ ਦੇਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ ਲਿਵ ਦੀ ਡੋਰੀ ਨੂੰ ਪਕੜੋ ਜੀ, ਉਸ ਨਾਲ ਲਿਵ ਲਗਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਗਿਆਨ ਗੁਰ ਸ਼ਬਦ ਗੁਰਬਾਣੀ ਨਾਮ ਦੁਆਰਾ ਬ੍ਰਹਮ ਗਿਆਨੀ ਦ੍ਰਿਸ਼ਟੀ ਵਾਲਾ ਹੋਈਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਉਹਨਾਂ ਨੂੰ ਹਰ ਪਾਸੇ ਉਜਲ ਪਰਮੇਸ਼ਰ ਦੇ ਉਜਲ ਦਰਸ਼ਨ ਤੋਂ ਬਿਨਾਂ ਦੂਜੀ ਕੋਈ ਵਸਤੂ ਭਾਵ ਰਸਤਾ ਦਿਖਾਈ ਨਹੀਂ ਦਿੰਦਾ ਜੀ। ਭਾਵ ਉਹਨਾਂ ਬ੍ਰਹਮ ਗਿਆਨੀ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਵਿਕਾਰਾਂ ਤੇ ਕਾਬੂ ਪਾ ਕੇ ਉਹ ਪਰਮੇਸ਼ਰ ਨਾਲ ਫਿਰ ਇੱਕ ਹੀ ਹੋ ਜਾਂਦੇ ਹਨ ਜੀ। ਉਹ ਫਿਰ ਮਾਇਆਵੀ ਵਿਕਾਰਾਂ ਵਾਲਾ ਰਸਤਾ ਨਹੀਂ ਚੁਣਦੇ ਹਨ ਜੀ। ਸੋ ਗੁਰੂ ਜੀ ਕਹਿੰਦੇ ਹਨ ਸੋ ਇਹ ਸਭ ਖੇਡ ਏਕੇ ਦੀ ਹੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।